ਮੰਗ ਹੈ ਕਿ ਜਿਹੜੀ ਇਸ ਵੇਲੇ ਨਾ ਸਰਕਾਰ ਦਾ ਇੱਕ ਬਹੁਤ ਹੀ ਵਧੀਆ ਪ੍ਰੋਗਰਾਮ ਚੱਲ ਰਿਹਾ ਹੈ ABDM, ਉਹਦੇ ਵਿੱਚ ਹਰ ਪੇਸ਼ੈਂਟ ਦੀ ਆਭਾ ID ਬਣਨੀ ਹੈ ਤੇ CHOs ਥੋੜਾ ਜਿਹਾ ਡਿਨਾਈ ਕਰ ਰਹੀਆਂ ਨੇ ਕਿ ਸਾਨੂੰ ਅਸੀਂ ਇਹ ਕੰਮ ਨਹੀਂ ਕਰਨਾ। मेरा नाम जी डॉक्टर सुनील तरगोत्रा है। ਆਪਾਂ ਕਮਿਊਨਿਟੀ ਹੈਲਥ ਆਫਿਸਰ ਤੋਂ ਬਿਲੋਂਗ ਕਰਦੇ ਹਾਂ, ਜਿਹੜਾ ਪੂਰੇ ਪੰਜਾਬ ਦੇ ਵਿੱਚ 2600 ਬੰਦਾ ਹੈ ਜਿਹੜਾ ਪਿੰਡਾਂ ਦੇ ਵਿੱਚ ਸੇਵਾਵਾਂ ਦਿੰਦਾ, ਜਿਹੜੇ ਹਰ CHO ਦੇ ਕਮਿਊਨਿਟੀ ਹੈਲਥ ਆਫਿਸਰ ਦੇ ਅੰਡਰ ਜਿਹੜੇ ਹੈ 5 ਤੋਂ 6 ਪਿੰਡ ਹੈ, ਘੱਟ ਤੋਂ ਘੱਟ 5000 ਤੋਂ ਲੈ ਕੇ 15000 ਦੀ ਪੋਪੂਲੇਸ਼ਨ ਆਪਾਂ ਕਵਰ ਕਰਦੇ ਹਾਂ। ਸਿੰਘ ਹੈ ਜੀ, ਮੈਂ ਬਤੌਰ ਕਮਿਊਨਿਟੀ ਹੈਲਥ ਆਫਿਸਰ ਕੰਮ ਕਰਦਾ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ। ਅੱਜ ਅਸੀਂ ਇੱਥੇ ਇਸ ਕਰਕੇ ਇਕੱਠੇ ਹੋਏ ਹਾਂ ਕਿ ਜਿਹੜਾ ਆਨਲਾਈਨ ਕਰਨ ਦਾ ਕੰਮ ਸੀਗਾ ਯੂਵਿਨ ਦਾ, ਜਿਹੜਾ ਇਮਿਊਨਾਈਜੇਸ਼ਨ ਹੁੰਦੀ ਬੱਚਿਆਂ ਦੀ, ਉਹਨੂੰ ਆਨਲਾਈਨ ਪੋਰਟਲ ਦੇ ਉੱਤੇ ਚਾੜਨਾ ਆ। ਸਾਰੇ CHOs ਬਹੁਤ ਹੀ ਤਨਦੇਹੀ ਨਾਲ ਕੰਮ ਕਰ ਰਹੇ ਆ। ਹੁਣ ਫਲੱਡ ਆਏ ਸੀਗੇ ਤੇ ਸਾਡੇ ਗੁਰਦਾਸਪੁਰ 'ਚ ਕਾਫੀ ਸਾਰੇ ਬਲਾਕਸ ਜਿਹੜੇ CHOs ਸੀਗੇ, ਦਿਨ ਰਾਤ ਉਹਨਾਂ ਨੇ ਫਲੱਡ 'ਚ ਕੈਂਪ ਲਗਾਏ ਨੇ, ਮੈਡੀਸਿਨਸ ਪ੍ਰੋਵਾਈਡ ਕੀਤੀਆਂ ਨੇ। ਇੰਨੇ ਹੜ੍ਹਾਂ ਦੇ ਬਾਵਜੂਦ ਵੀ ਸਾਡੇ CHO ਘਬਰਾਏ ਨਹੀਂ। ਸੀਐਮ ਭਗਵੰਤ ਮਾਨ ਵੱਲੋਂ ਸੂਬੇ ਵਿੱਚ ਐਸਮਾ ਲਾਗੂ ਕੀਤੇ ਜਾਣ ਨੂੰ ਲੈ ਕੇ ਸਰਕਾਰੀ ਮੁਲਾਜ਼ਮਾਂ ਵਿੱਚ ਭਾਰੀ ਰੋਸ ਹੈ। ਹੁਣ ਸਿਵਲ ਸਰਜਨ ਡਾਕਟਰ ਹਰਭਜਨ ਰਾਮ ਮੰਡੀ ਨੇ ਯੂਵਿਨ ਐਪ ਦੀ ਟ੍ਰੇਨਿੰਗ ਵਿੱਚ ਹਿੱਸਾ ਨਾ ਲੈਣ ਵਾਲੇ ਮੁਲਾਜ਼ਮਾਂ ਖਿਲਾਫ ਅਨੁਸ਼ਾਸਨੀ ਕਾਰਵਾਈ ਕਰਨ ਦੇ ਸੰਕੇਤ ਦਿੱਤੇ ਨੇ। ਇਸ ਤੋਂ ਨਾਰਾਜ਼ ਹੋ ਕੇ ਅੱਜ ਕਮਿਊਨਿਟੀ ਹੈਲਥ ਅਫਸਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਸਿਵਲ ਸਰਜਨ ਦਫ਼ਤਰ ਦਾ ਘਿਰਾਓ ਕਰਦਿਆਂ ਕਿਹਾ ਕਿ ਸਿਵਲ ਸਰਜਨ ਗੁਰਦਾਸਪੁਰ ਵੱਲੋਂ ਉਹਨਾਂ ਦੀ ਕੋਈ ਗੱਲ ਨਹੀਂ ਸੁਣੀ ਜਾ ਰਹੀ ਅਤੇ ਉਹਨਾਂ ਨੂੰ ਨੌਕਰੀ ਤੋਂ ਕੱਢਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ। ਸਿਹਤ ਵਿਭਾਗ ਦੇ ਅਫਸਰਾਂ ਨੇ ਕਿਹਾ ਕਿ ਉਹ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਵਿੱਚ ਕਮਿਊਨਿਟੀ ਹੈਲਥ ਅਫਸਰ ਵਜੋਂ ਕੰਮ ਕਰਦੇ ਨੇ। ਉਹਨਾਂ ਦੀ ਡਿਊਟੀ ਵੱਖ-ਵੱਖ ਬਲਾਕਾਂ ਵਿੱਚ ਯੂਵਿਨ ਦੀ ਸਿਖਲਾਈ ਲਈ ਲਗਾਈ ਗਈ ਸੀ। ਉਹ ਪਹਿਲਾਂ ਵੀ OPD, TV ਸਕੈਨਿੰਗ ਕੈਂਪ, ਟੈਲੀ ਕਮਿਊਨੀਕੇਸ਼ਨ, ਰਿਜੂਵੇਸ਼ਨ, TV ਪ੍ਰੋਗਰਾਮ ਆਦਿ ਕਰ ਰਹੇ ਨੇ। ਇਸ ਦੇ ਬਾਵਜੂਦ ਉਹਨਾਂ ਨੂੰ ਨਵਾਂ ਕੰਮ ਕਰਨ ਲਈ ਟ੍ਰੇਨਿੰਗ ਲੈਣ ਲਈ ਕਿਹਾ ਜਾ ਰਿਹਾ ਹੈ, ਜੋ ਉਹਨਾਂ ਨਾਲ ਜ਼ਬਰਦਸਤੀ ਹੈ। ਯੂਵਿਨ ਐਪ ਤੇ ਕੰਮ ਵੈਕਸੀਨੇਟਰ ਦੁਆਰਾ ਕੀਤਾ ਜਾਣਾ ਹੈ। ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ CHO ਵੱਲੋਂ 14 ਟੀਚਿਆਂ ਦੇ ਆਧਾਰ ਤੇ ਕੰਮ ਕੀਤਾ ਜਾਂਦਾ ਹੈ। ਜੇਕਰ ਕੋਈ ਕਾਡਰ ਕੋਈ ਕੰਮ ਕਰਨ ਤੋਂ ਇਨਕਾਰ ਕਰਦਾ ਤਾਂ ਉਸ ਤੇ ਥੋਪਿਆ ਜਾਂਦਾ। ਉਹਨਾਂ ਮੰਗ ਕੀਤੀ ਕਿ ਉਹਨਾਂ ਨੂੰ 15 ਸੂਚਕਾਂ ਤੋਂ ਇਲਾਵਾ ਹੋਰ ਕੋਈ ਕੰਮ ਨਾ ਦਿੱਤਾ ਜਾਵੇ। ਉਹਨਾਂ ਨਾਲ ਕੋਈ ਬੇਇਨਸਾਫੀ ਨਹੀਂ ਹੋਣੀ ਚਾਹੀਦੀ। ਦੱਸਣਯੋਗ ਹੈ ਕਿ ਜ਼ਿਲ੍ਹੇ ਵਿੱਚ ਕਰੀਬ 220 ਕਮਿਊਨਿਟੀ ਹੈਲਥ ਅਫਸਰ ਕੰਮ ਕਰ ਰਹੇ ਨੇ, ਜਿਨ੍ਹਾਂ ਖਿਲਾਫ ਕਾਰਵਾਈ ਦੇ ਸੰਕੇਤ ਦਿੱਤੇ ਗਏ ਨੇ। ਦੱਸਣਯੋਗ ਹੈ ਕਿ ਸਿਵਲ ਸਰਜਨ ਵੱਲੋਂ ਜਾਰੀ ਕੀਤੇ ਪੱਤਰਾਂ ਵਿੱਚ ਲਿਖਿਆ ਗਿਆ ਕਿ ਯੂਵਿਨ ਐਪ ਦਾ ਟ੍ਰੇਨਿੰਗ ਰੂਮ ਨੰਬਰ 108 ਸਿਵਲ ਸਰਜਨ ਦਫ਼ਤਰ ਵਿੱਚ ਰੱਖਿਆ ਗਿਆ ਸੀ। ਇਸ ਵਿੱਚ ਸਾਰਿਆਂ ਨੂੰ ਹਾਜ਼ਰ ਰਹਿਣ ਦੀ ਹਦਾਇਤ ਕੀਤੀ ਗਈ ਸੀ। ਮੁਲਾਜ਼ਮਾਂ ਦੇ ਨਾ ਆਉਣ ਦਾ ਉੱਚ ਅਧਿਕਾਰੀਆਂ ਨੇ ਗੰਭੀਰ ਨੋਟਿਸ ਲਾਇਆ। ਜਿਹੜੇ ਲੋਕ ਸਿਖਲਾਈ ਵਿੱਚ ਸ਼ਾਮਲ ਨਹੀਂ ਹੋਏ ਉਹਨਾਂ ਨੂੰ ਸਪਸ਼ਟੀਕਰਨ ਦੇਣ ਲਈ ਕਿਹਾ ਗਿਆ। ਇਸ ਦਾ ਤੁਰੰਤ ਜਵਾਬ ਦਿੱਤਾ ਜਾਵੇ। ਇਸ ਤੋਂ ਇਲਾਵਾ ਪੱਤਰ ਵਿੱਚ ਲਿਖਿਆ ਗਿਆ ਕਿ ਉਸ ਖਿਲਾਫ ਅਨੁਸ਼ਾਸਨੀ ਕਾਰਵਾਈ ਲਈ ਉੱਚ ਅਧਿਕਾਰੀਆਂ ਨੂੰ ਪੱਤਰ ਲਿਖਿਆ ਜਾਵੇ। ਦੂਜੇ ਪਾਸੇ ਸਿਵਲ ਸਰਜਨ ਡਾਕਟਰ ਮੰਡੀ ਦਾ ਕਹਿਣਾ ਕਿ ਇਹ ਸਭ ਦਾ ਸਾਂਝਾ ਕੰਮ ਹੈ, ਸਰਕਾਰ ਦੀਆਂ ਨੀਤੀਆਂ ਅਨੁਸਾਰ ਕੰਮ ਕੀਤਾ ਜਾ ਰਿਹਾ ਹੈ, ਕਿਸੇ ਮੁਲਾਜ਼ਮ ਨਾਲ ਧੱਕਾ ਨਹੀਂ ਕੀਤਾ ਜਾ ਰਿਹਾ, ਕੰਮ ਸਾਂਝੇ ਤੌਰ ਤੇ ਕਰਨਾ ਚਾਹੀਦਾ। ਮੰਗ ਹੈ ਕਿ ਜਿਹੜੀ ਇਸ ਵੇਲੇ ਨਾ ਸਰਕਾਰ ਦਾ ਇੱਕ ਬਹੁਤ ਹੀ ਵਧੀਆ ਪ੍ਰੋਗਰਾਮ ਚੱਲ ਰਿਹਾ ਹੈ ABDM, ਉਹਦੇ ਵਿੱਚ ਹਰ ਪੇਸ਼ੈਂਟ ਦੀ ਆਭਾ ID ਬਣਨੀ ਹੈ ਤੇ CHOs ਥੋੜਾ ਜਿਹਾ ਡਿਨਾਈ ਕਰ ਰਹੀਆਂ ਨੇ ਕਿ ਸਾਨੂੰ ਅਸੀਂ ਇਹ ਕੰਮ ਨਹੀਂ ਕਰਨਾ। ਇਹ ANM ਦਾ ਕੰਮ ਹੈ, ਆਸ਼ਾ ਦਾ ਕੰਮ ਹੈ, ਉਹ ਕਰਨ, ਅਸੀਂ ਇਹ ਨਹੀਂ ਕਰਨਾ। ਇੱਕ ਸਾਡਾ ਪ੍ਰੋਗਰਾਮ ਥੋੜੇ ਦਿਨਾਂ ਤੱਕ ਹੋਰ ਲਾਂਚ ਹੋ ਰਿਹਾ, ਮਿਸ਼ਨ ਇੰਦਰਧਨੁਸ਼, ਜਿਹਦੇ 'ਚ ਅਸੀਂ ਜਿਹੜੇ ਡ੍ਰੌਪ ਆਊਟ ਚਿਲਡਰਨ ਨੇ 0 to 2 years, 2 to 5 years ਜਾਂ ਪ੍ਰੈਗਨੈਂਟ ਮਦਰਸ ਨੇ, ਉਹਨਾਂ ਨੂੰ ਇੰਜੈਕਸ਼ਨ ਵਗੈਰਾ, ਵੈਕਸੀਨੇਸ਼ਨ ਵਗੈਰਾ ਲੱਗਣੀ ਹੈ। ਉਹਦੇ ਵਿੱਚ ਵੀ ਸਰਕਾਰ ਨੇ ਇਹ ਕਿਹਾ ਕਿ ਇਹ ਸਾਰਾ ਹੀ ਟੀਕਾ, ਜਿੰਨੇ ਵੀ ਟੀਕਾਕਰਨ ਹੋਏਗਾ, ਸਾਰਾ ਯੂਵਿਨ ਪੋਰਟਲ ਤੇ ਆਨਲਾਈਨ ਕਰਨਾ ਹੈ। ਪਹਿਲਾਂ ANM ਵੀ ਨਹੀਂ ਸੀ ਮੰਨਦੀਆਂ ਕਰਨ ਲਈ, ਉਹ ਹੁਣ ਥੋੜਾ ਰਾਜੀ ਹੋ ਗਈਆਂ, ਟ੍ਰੇਨਿੰਗ ਲੈ ਰਹੀਆਂ ਨੇ। CHOs ਨੂੰ ਵੀ ਅਸੀਂ ਕਿਹਾ ਕਿ ਇਹ ਸਾਰਿਆਂ ਦਾ ਸਾਂਝਾ ਕੰਮ ਹੈ, ਇਕੱਠੇ ਰਲ ਮਿਲ ਕੇ ਕਰਨਾ ਹੈ। ਇਹਨੂੰ ਆਨਲਾਈਨ ਵੀ ਕਰਨਾ ਜ਼ਰੂਰੀ ਹੈ। ਆਭਾ ID ਵੀ ਹਰ ਪੇਸ਼ੈਂਟ ਦੀ ਬਣਨੀ ਹੈ, ਜਿਹਦੇ ਨਾਲ ਜਿਹੜਾ ਹਰ ਪੇਸ਼ੈਂਟ ਦਾ ਜਿਹੜਾ ਨੈਸ਼ਨਲ ਲੈਵਲ ਤੇ ਜਿਹੜਾ ਉਹਦਾ ਮੈਡੀਕਲ ਦਾ ਡਾਟਾ ਹਰ ਪੋਰਟਲ ਨਾਲ ਜਿਹੜਾ ਉਹਦੇ IT ਦੇ ਮਿਨਿਸਟਰੀ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਦੇ ਨਾਲ ਅਟੈਚ ਹੋ ਜਾਏਗਾ। ਵਾਧੂ ਬੋਝ ਕੋਈ ਨਹੀਂ, ਜੋ ਵੀ ਸਰਕਾਰ ਦੀ ਕੋਈ ਸਕੀਮ ਆਉਂਦੀ ਹੈ, ਕੋਈ ਲੋਕਾਂ ਦੇ ਭਲੇ ਵਾਸਤੇ ਹੁੰਦੀ ਹੈ, ਵਾਧੂ ਬੋਝ ਨਹੀਂ ਇਹਨੂੰ ਅਸੀਂ ਕਹਿ ਸਕਦੇ। ਸਾਨੂੰ ਹਰ ਕੰਮ ਜਿਹੜਾ ਪੂਰਾ ਤਨਦੇਹੀ ਨਾਲ ਕਰਨਾ ਚਾਹੀਦਾ। ਜੋ ਵੀ ਆਫਿਸਰਸ ਵੱਲੋਂ ਦਿਸ਼ਾ ਨਿਰਦੇਸ਼ ਦਿੱਤੇ ਜਾਂਦੇ ਨੇ, ਕਿਉਂਕਿ ਅੱਜ ਕੱਲ੍ਹ ਦਾ ਸਮਾਂ ਜਿਹੜਾ ਯੁੱਗ ਹੈ ਇਨਫੋਰਮੇਸ਼ਨ ਟੈਕਨੋਲੋਜੀ IT ਦਾ ਹੈਗਾ।
ਹਰ ਚੀਜ਼ ਜਿਹੜੀ ਹੈ ਆਨਲਾਈਨ ਹੋਣੀ ਹੈ। ਹਰ ਪੇਸ਼ੈਂਟ ਦਾ ਰਿਕਾਰਡ ਜਿਹੜਾ ਆਨਲਾਈਨ ਤੁਹਾਨੂੰ ਹੋਏਗਾ। ਸਾਡੇ ਆਮ ਆਦਮੀ ਕਲੀਨਿਕ ਵੀ ਜਿਹੜੇ ਚੱਲ ਰਹੇ ਨੇ, ਹਰ ਬੰਦੇ ਦੇ ਕੋਲ, ਸਾਡੇ ਹਰ ਮੁਲਾਜ਼ਮ ਦੇ ਕੋਲ ਟੈਬ ਦਿੱਤਾ ਹੋਇਆ ਗਵਰਨਮੈਂਟ ਨੇ। ਹਰ ਪੇਸ਼ੈਂਟ ਦੀ ਜਿਹੜੀ ਉੱਥੇ ਸਾਰੀ ਇਨਫੋਰਮੇਸ਼ਨ, ਪ੍ਰਸਕ੍ਰਿਪਸ਼ਨ, ਦਵਾਈ ਸੇਵ ਹੁੰਦੀ ਹੈ। ਉਹ ਕਦੀ ਵੀ ਆ ਕੇ ਪੇਸ਼ੈਂਟ ਜਿਹੜਾ ਆਪਣੀ ਪਿਛਲੇ ਮਹੀਨੇ ਦੀ ਵੀ ਸਲਿੱਪ ਜਿਹੜੀ ਆ ਕਢਵਾ ਸਕਦਾ ਕਿ ਮੈਂ ਕਿਹੜੀ ਦਵਾਈ ਲਈ ਸੀ। ਦੇਖੋ, ਇਹੋ ਜਿਹੀ ਗੱਲ ਕੋਈ ਨਹੀਂ ਹੈਗੀ, ਸਰਕਾਰ ਦੀ ਇਦਾਂ ਦੀ ਕੋਈ ਮਨਸ਼ਾ ਨਹੀਂ ਹੈ। ਅਸੀਂ ਤਾਂ ਪਿਆਰ ਨਾਲ ਹੀ ਇਹਨਾਂ ਨੂੰ ਕਹਿ ਰਹੇ ਹਾਂ ਕਿ ਕੰਮ ਕਰਨਾ ਹੈ, ਕੰਮ ਕਰੋ, ਰਲ ਮਿਲ ਕੇ ਕਰੋ। ਸਾਡਾ ਫੀਲਡ ਸਟਾਫ ਹੈ ਸਾਰਾ, ANM ਹੈ, ਆਸ਼ਾ ਵਰਕਰ ਹੈ, LHV ਹੈ, CHOs ਨੇ ਫੀਲਡ ਦੇ ਵਿੱਚ, ਤੇ ਸਾਡੇ ਪੈਰੀਫਰਲ ਜਿੰਨੇ ਵੀ ਇੰਸਟੀਚਿਊਟ ਨੇ, ਹਰ ਜਗ੍ਹਾ ਇਹ ਟੀਕਾਕਰਨ ਜਿਹੜਾ ਉਹ ਚੱਲਣਾ ਹੈ। ਅਸੀਂ ਤਾਂ ਇਹਨਾਂ ਨੂੰ ਫਿਲਹਾਲ ਇਹੀ ਮਸ਼ਵਰਾ ਦੇ ਰਹੇ ਹਾਂ, ਇਹੀ ਸਲਾਹ ਦੇ ਰਹੇ ਹਾਂ ਕਿ ਰਲ ਮਿਲ ਕੇ ਸਾਰਾ ਫੀਲਡ ਸਟਾਫ ਜਿਹੜਾ ਇਹਨੂੰ ਅਸੀਂ ਸਿਰੇ ਚਾੜਨਾ, 100% ਆਨਲਾਈਨ ਯੂਵਨ ਤੇ ਅਸੀਂ ਟੀਕਾਕਰਨ ਜਿਹੜਾ ਉਹ ਚਾੜਨਾ। ਆਭਾ ID ਹਰ ਬੰਦੇ ਦੀ ਜਿਹੜੀ ਹੈ, ਹੈਲਥ ਰਿਕਾਰਡ ਜਿਹਦਾ ਉੱਤੇ ਰਵੇ, ਹਰ ਬੰਦੇ ਦੀ ਆਭਾ ID ਬਣੇ। ਅਗਰ ਸਰ ਇਹ ਨਹੀਂ ਮੰਨਦੇ ਕੰਮ ਕਰਨ ਵਾਸਤੇ ਤਾਂ ਅਗਲਾ ਕੀ? ਨਹੀਂ ਮੰਨ ਜਾਣਗੇ, ਕੋਈ ਨਹੀਂ, ਉਹਨਾਂ ਨੂੰ ਪਿਆਰ ਨਾਲ ਅਸੀਂ ਮਨਾ ਲਾਂਗੇ। ਮੇਰਾ ਨਾਮ ਜੀ ਡਾਕਟਰ ਸੁਨੀਲ ਤਰਗੋਤਰਾ ਹੈ। ਆਪਾਂ ਕਮਿਊਨਿਟੀ ਹੈਲਥ ਆਫਿਸਰ ਤੋਂ ਬਿਲੋਂਗ ਕਰਦੇ ਹਾਂ, ਜਿਹੜਾ ਪੂਰੇ ਪੰਜਾਬ ਦੇ ਵਿੱਚ 2600 ਬੰਦਾ ਹੈ, ਜਿਹੜਾ ਪਿੰਡਾਂ ਦੇ ਵਿੱਚ ਸੇਵਾਵਾਂ ਦਿੰਦਾ, ਜਿਹੜੇ ਹਰ CHO ਦੇ ਕਮਿਊਨਿਟੀ ਹੈਲਥ ਆਫਿਸਰ ਦੇ ਅੰਡਰ ਜਿਹੜੇ ਹੈ 5 ਤੋਂ 6 ਪਿੰਡ ਹੈ, ਘੱਟ ਤੋਂ ਘੱਟ 5000 ਤੋਂ ਲੈ ਕੇ 15000 ਦੀ ਪੋਪੂਲੇਸ਼ਨ ਆਪਾਂ ਕਵਰ ਕਰਦੇ ਹਾਂ। ਉਹਦੇ ਵਿੱਚ ਸਾਡੇ 15 ਇੰਡੀਕੇਟਰ ਹੈ, ਜਿਹੜੇ ਪਰ ਇੰਡੀਕੇਟਰ ਦੇ ਹਿਸਾਬ ਨਾਲ ਸਾਨੂੰ ਇਨਸੈਂਟਿਵ ਮਿਲਦਾ, ਪਲੱਸ ਸਾਨੂੰ ਸੈਲਰੀ ਮਿਲਦੀ ਹੈ। ਉਹ ਜਿਹੜੇ 15 ਇੰਡੀਕੇਟਰ ਇੰਨੇ ਡਿਫਿਕਲਟ ਹੈ ਕਿ ਜੇ ਆਪਾਂ ਪੂਰਾ ਮਹੀਨਾ ਆਪਣੇ ਸੈਂਟਰ ਤੇ ਪਹੁੰਚੀਏ ਤੇ ਫਿਰ ਉਹ ਜਾ ਕੇ ਪੂਰੇ ਹੁੰਦੇ ਹੈ। ਲੇਕਿਨ ਵਿਭਾਗ ਵੱਲੋਂ ਕੀ ਕੀਤਾ ਜਾਂਦਾ ਹੈ ਕਿ ਕੋਈ ਵੀ ਕੈਡਰ, ਚਾਹੇ ਉਹ ANM ਕੈਡਰ ਹੋਵੇ ਜਾਂ ਹੈਲਥ ਵਰਕਰ ਕੈਡਰ ਹੋਵੇ ਜਾਂ ਆਸ਼ਾ ਵਰਕਰ ਕੈਡਰ ਹੋਵੇ, ਕੋਈ ਵੀ ਕੈਡਰ ਜਿਹੜਾ ਉਹਨਾਂ ਦਾ ਬਣਦਾ ਕੰਮ ਹੈ, ਜਦੋਂ ਉਹ ਮਨਾ ਕਰ ਦਿੰਦਾ ਤੇ ਉਹ ਕੰਮ ਥੋਪ ਦਿੰਦਾ ਜਾਂਦਾ CHO ਦੇ ਉੱਤੇ, ਜਿਹੜਾ ਕੰਮ ਕੀ ਉਹ ਸਾਡੇ ਵਾਸਤੇ ਮੁਸ਼ਕਿਲ ਹੋ ਜਾਂਦਾ, ਕਿਉਂਕਿ ਜੇ ਆਪਾਂ ਉਹ ਕੰਮ ਕਰਦੇ ਆ ਤੇ ਉਹਦੇ ਨਾਲ ਸਾਡੇ ਇੰਡੀਕੇਟਰ ਜਿਹੜੇ ਆ ਸਫਰ ਕਰਦੇ ਆ, ਸਾਡੇ ਪੈਸੇ ਦਾ ਨੁਕਸਾਨ ਹੁੰਦਾ। ਤੇ ਜਦੋਂ ਆਪਾਂ ਇਹਨਾਂ ਨੂੰ ਇਹ ਗੱਲ ਕਹਿੰਦੇ ਆ, ਜਿੱਦਾਂ ਆ ਪਿੱਛੇ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਫਲੱਡ ਆਇਆ ਸੀਗਾ, ਸਾਡੇ ਬਹੁਤ ਸਾਰੇ CHO ਨੇ ਫਲੱਡ ਦੇ ਵਿੱਚ ਡਿਊਟੀਆਂ ਕੀਤੀਆਂ, ਜਿਹਦੇ ਕਰਕੇ ਉਹਨਾਂ ਦੇ ਇੰਡੀਕੇਟਰ ਪੂਰੇ ਨਹੀਂ ਹੋ ਪਾਏ। ਸੋ ਜਦੋਂ ਆਪਾਂ ਇਹਨਾਂ ਕੋਲ ਮੰਗ ਪੱਤਰ ਲੈ ਕੇ ਆਏ ਕਿ ਸਾਡੇ ਜਿਹੜੇ ਬੱਚੇ ਆ ਉਹਨਾਂ ਨੇ ਫਲੱਡ ਡਿਊਟੀਜ਼ ਦੇ ਵਿੱਚ ਕੰਮ ਕੀਤਾ ਹੈ, ਉਹਨਾਂ ਦੇ ਇੰਡੀਕੇਟਰ ਪੂਰੇ ਨਹੀਂ ਹੋ ਪਾਏ, ਤੇ ਉਹਨਾਂ ਨੂੰ ਇਨਸੈਂਟਿਵ ਜਿਹੜਾ ਫੁੱਲ ਦਿੱਤਾ ਜਾਏ, ਤੇ ਸਾਨੂੰ ਉਹਦੇ ਤੇ ਨੌਕਰੀ ਤੋਂ ਕੱਢਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਕਿ ਤੁਹਾਨੂੰ ਉਹ ਵੀ ਕੰਮ ਕਰਨਾ ਪੈਣਾ, ਤੁਹਾਨੂੰ ਇੰਡੀਕੇਟਰ ਵੀ ਤੁਹਾਡੇ ਪੂਰੀ ਕਰਨੀ ਜਿਹੜੀ ਉਹ ਤੁਹਾਡੀ ਰਿਸਪੌਂਸਿਬਿਲਟੀ ਬਣਦੀ ਹੈ। ਤੁਸੀਂ ਇਹ ਚੀਜ਼ ਦੱਸੋ ਸਰ ਕਿ ਇਹ ਕਿੱਦਾਂ ਪੋਸੀਬਲ ਹੈ ਕਿ ਜੇ ਆਪਾਂ ਸੈਂਟਰ ਤੇ ਪਹੁੰਚਾਂਗੇ ਨਹੀਂ ਤੇ ਆਪਾਂ ਸੈਂਟਰ ਦਾ ਕੰਮ ਕਰਾਂਗੇ ਕਿੱਦਾਂ? ਵਾਧੂ ਜ਼ਿੰਮੇਵਾਰੀ ਕਿਹੜੀ ਧੋਪੀ ਜਾ ਰਹੀ ਹੈ। ਹੁਣ ਐਟ ਪ੍ਰੈਜ਼ੈਂਟ ਦੇਖੋ, ਇਮਿਊਨਾਈਜੇਸ਼ਨ ਪ੍ਰੋਗਰਾਮ ਹੈ, ਜਿਹੜਾ ਬੱਚਿਆਂ ਨੂੰ ਟੀਕੇ ਲੱਗਦੇ ਆ ਆਲ ਓਵਰ ਪੰਜਾਬ ਦੇ ਵਿੱਚ ਇਹ ਕੰਮ ਚੱਲ ਰਿਹਾ ਹੈ। ਹੁਣ ਸਰਕਾਰ ਵੱਲੋਂ ਇਹ ਹਦਾਇਤਾਂ ਆ ਗਈਆਂ, GIO ਵੱਲੋਂ ਇਹ ਹਦਾਇਤਾਂ ਆ ਗਈਆਂ ਕਿ ਉਹ ਕੰਮ ਜਿਹੜਾ ਆਨਲਾਈਨ ਹੋਣਾ ਹੈ, ਲੇਕਿਨ ਉਹ ਆਨਲਾਈਨ ਦੇ ਵਿੱਚ ਸਾਰਾ ਰਿਸਪੌਂਸਿਬਿਲਟੀ ਜਿਹੜੀ ਉਹ ANM ਮੈਡਮ ਦੀ ਹੈ। ਉਹ ਰਿਸਪੌਂਸਿਬਿਲਟੀ ਤੋਂ ਭੱਜਦੇ ਹੋਏ ANM ਮੈਡਮਾਂ ਨੇ ਮੰਗ ਪੱਤਰ ਦੇ ਕੇ ਉਹਨਾਂ ਨੂੰ ਡਿਨਾਈ ਕਰ ਦਿੱਤਾ। ਉਹਦਾ ਸਾਰਾ ਜਿਹੜਾ ਕੰਮ ਚਿੱਠੀ ਕੱਢ ਕੇ CHO ਦੇ ਉੱਤੇ ਥੋਪ ਦਿੱਤਾ, ਤੇ ਜਦੋਂ CHO ਨੇ ਡਿਨਾਈ ਕੀਤਾ, ਉਲਟੀਆਂ ਲੈਟਰਾਂ ਕੱਢ ਕੇ ਉਹਨਾਂ ਨੂੰ ਨੌਕਰੀ ਚੋਂ ਕੱਢਣ ਦੀਆਂ ਧਮਕੀਆਂ, ਤੇ ਉਹਨਾਂ ਦੀ ਸੈਲਰੀ ਕੱਟਣ ਦੀਆਂ ਧਮਕੀਆਂ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ। ਅਸੀਂ ਇਸ ਗੱਲ ਤੋਂ ਬਹੁਤ ਪਰੇਸ਼ਾਨ ਹਾਂ। ਇਸ ਕਰਕੇ ਅੱਜ ਪੂਰਾ ਗੁਰਦਾਸਪੁਰ CHO ਜੋ ਕਿ 200 ਦੇ ਨੀਅਰ ਅਬਾਊਟ ਪੂਰੇ ਪੰਜਾਬ ਦੇ ਗੁਰਦਾਸਪੁਰ ਦੇ ਵਿੱਚ ਕੰਮ ਕਰਦੇ ਹੋ, ਸਾਰੇ ਅੱਜ ਆਪਣਾ ਕੰਮ ਛੱਡ ਕੇ ਇੱਥੇ ਸਿਵਲ ਸਰਜਨ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ, ਲੇਕਿਨ ਸਿਵਲ ਸਰਜਨ ਸਾਹਿਬ ਨੇ ਸਾਡਾ ਮੰਗ ਪੱਤਰ ਲੈਣ ਤੋਂ ਵੀ ਜਿਹੜਾ ਇਨਕਾਰ ਕਰ ਦਿੱਤਾ। ਕੀ ਸੰਘਰਸ਼ ਰਹੇਗਾ ਕੱਲ ਜੇ ਨਹੀਂ? ਜੇ ਅੱਜ ਸਾਡਾ ਮੰਗ ਪੱਤਰ ਲੈ ਕੇ ਸਾਡੀਆਂ ਮੰਗਾਂ ਜਿਹੜੀਆਂ ਵਾਲੀਆਂ ਮੰਨੀਆਂ ਨਹੀਂ ਗਈਆਂ, ਕਿਉਂਕਿ ਸਾਡੀ ਜਾਇਜ਼ ਮੰਗ ਹੈ, ਕੋਈ ਨਜਾਇਜ਼ ਮੰਗ ਨਹੀਂ ਹੈਗੀ। ਜਿਹੜੇ ਸਾਡੇ 15 ਇੰਡੀਕੇਟਰ ਆਪਾਂ ਪੂਰੇ ਇਮਾਨਦਾਰੀ ਤੇ ਓਨੈਸਟੀ ਦੇ ਨਾਲ ਕਰ ਰਹੇ ਹਾਂ। ਜੇ ਸਾਡੀ ਅੱਜ ਮੰਗ ਨਹੀਂ ਮੰਨੀ ਗਈ, ਸਾਡਾ ਮੰਗ ਪੱਤਰ ਨਹੀਂ ਲਿਆ ਗਿਆ, ਤੇ ਆਪਾਂ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ ਤੇ ਇਸ ਸੰਘਰਸ਼ ਨੂੰ ਬਹੁਤ ਅੱਗੇ ਤੱਕ ਲੈ ਕੇ ਜਾਵਾਂਗੇ। ਸਿੰਦਰ ਸਿੰਘ ਹੈ ਜੀ, ਮੈਂ ਬਤੌਰ ਕਮਿਊਨਿਟੀ ਹੈਲਥ ਆਫਿਸਰ ਕੰਮ ਕਰਦਾ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ। ਅੱਜ ਅਸੀਂ ਇੱਥੇ ਇਸ ਕਰਕੇ ਇਕੱਠੇ ਹੋਏ ਹਾਂ ਕਿ ਜਿਹੜਾ ਆਨਲਾਈਨ ਕਰਨ ਦਾ ਕੰਮ ਸੀਗਾ, ਯੂਵਿਨ ਦਾ ਜਿਹੜਾ ਇਮਿਊਨਾਈਜੇਸ਼ਨ ਹੁੰਦੀ ਬੱਚਿਆਂ ਦੀ, ਉਹਨੂੰ ਆਨਲਾਈਨ ਪੋਰਟਲ ਦੇ ਉੱਤੇ ਚਾੜਨਾ ਆ, ਤੇ ਉਹਦੀ ਜ਼ਿੰਮੇਵਾਰੀ ਜਿਹੜੀ ਆ ਉਸ ਵੈਕਸੀਨੇਟਰ ਦੀ ਹੁੰਦੀ ਆ। ਗਵਰਨਮੈਂਟ ਆਫ ਇੰਡੀਆ ਵੱਲੋਂ ਉਹਦੀ ਵੈਕਸੀਨੇਟਰ ਦੀ ਜ਼ਿੰਮੇਵਾਰੀ ਲਾਈ ਗਈ ਆ, ਕਿਉਂਕਿ ਜਿਹੜੇ ਸਾਡੇ ਵੈਕਸੀਨੇਟਰ ਆ ਉਹਨਾਂ ਨੇ ਡਿਨਾਈ ਕਰ ਦਿੱਤਾ ਸੀਗਾ, ਤੇ ਉਹ ਰੈਗੂਲਰ ਸਟਾਫ ਹੋਣ ਕਰਕੇ ਉਹਨਾਂ ਤੇ ਜ਼ੋਰ ਨਹੀਂ ਚੱਲਦਾ ਇਹਨਾਂ ਦਾ, ਤੇ ਸਿਵਲ ਸਰਜਨ ਨੇ ਸਾਡਾ ਜਿਹੜਾ ਆ ਹੁਕਮ ਕੱਢ ਦਿੱਤਾ ਕਿ CHO ਇਹ ਕੰਮ ਕਰਨ। ਪਰ CHO ਜਿਹੜੇ ਆ ਉਹ ਪਹਿਲਾਂ ਹੀ ਬਹੁਤ ਜ਼ਿਆਦਾ ਕੰਮ ਕਰ ਰਹੇ ਆ, ਤੇ ਉਹਨਾਂ ਕੋਲ ਇੰਨਾ ਸਮਾਂ ਨਹੀਂ ਹੈਗਾ ਕਿ ਉਹ ਇਹ ਵੈਕਸੀਨੇਸ਼ਨ ਦਾ ਕੰਮ ਵੀ ਕਰ ਸਕਣ, ਕਿਉਂਕਿ ਜਦੋਂ ਇਮਿਊਨਾਈਜੇਸ਼ਨ ਹੁੰਦੀ ਆ ਉਸ ਸਮੇਂ CHO ਜਿਹੜਾ ਆ ਉਹ ਐਂਟੀਨੇਟਲ ਚੈੱਕਅਪ ਕਰਦਾ ਆ, ਹਾਈ ਰਿਸਕ ਪ੍ਰੈਗਨੈਂਸੀਆਂ ਦੇਖਦਾ ਆ, ਉਹਨੂੰ ਰੈਫਰ ਕਰਨਾ ਹੁੰਦਾ ਆ। ਜਿਹੜੇ ਬੱਚੇ ਨੂੰ ਬੁਖਾਰ ਆ ਉਹਨੂੰ ਟੀਕਾ ਲੱਗਣਾ ਕਿ ਨਹੀਂ ਲੱਗਣਾ ਉਹ ਵੀ ਉਹਨੂੰ ਵੇਖਣਾ ਪੈਂਦਾ ਆ, ਔਰ ਉਹਦੇ ਨਾਲ ਉਹਨੂੰ ਆਪਣੀ ਜਿਹੜੀ ਰੈਗੂਲਰ OPD ਵੀ ਕਰਨੀ ਪੈਂਦੀ ਆ। ਇਹਨਾਂ ਕੁਝ ਕਰਦੇ ਹੋਏ ਉਹ ਇਹ ਐਕਸਟਰਾ ਕੰਮ ਜਿਹੜਾ ਉਹ ਨਹੀਂ ਕਰ ਸਕਦਾ, ਜਿਹਦੇ ਕਰਕੇ ਉਹਨਾਂ ਨੇ ਇਹ ਕੰਮ ਕਰਨ ਤੋਂ ਡਿਨਾਈ ਕੀਤਾ ਸੀਗਾ। ਪਰ ਮਹਿਕਮਾ ਜਿਹੜਾ ਆ ਉਹ ਇਹਨੂੰ ਸਮਝਣ ਲਈ ਤਿਆਰ ਨਹੀਂ ਆ, ਤੇ ਸਿਵਲ ਸਰਜਨ ਸਾਹਿਬ ਦੇ ਹੁਕਮਾਂ ਦੇ ਉੱਤੇ SMO ਨੇ ਉਹਨਾਂ ਨੂੰ ਸ਼ੋਅ ਕਾਜ਼ ਨੋਟਿਸ ਜਾਰੀ ਕਰ ਦਿੱਤੇ ਆ ਕਿ ਕਿਉਂ ਨਾ ਤੁਹਾਨੂੰ ਇਸ ਨੌਕਰੀ ਤੋਂ ਕੱਢ ਦਿੱਤਾ ਜਾਵੇ। ਤੇ ਕਿਉਂਕਿ ਇਹ ਕੰਟਰੈਕਟ ਤੇ ਜੌਬ ਹੋਣ ਕਰਕੇ ਉਹਨਾਂ ਦਾ ਕੰਟਰੈਕਟ ਰੀਨਿਊ ਕਰਨ ਦੀਆਂ ਨਾ ਕਰਨ ਦੀਆਂ ਜਿਹੜੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ, ਸਿੱਧੀ ਜੀ ਇਹ ਕਨਸਟੀਟਿਊਸ਼ਨਲ ਰਾਈਟਸ ਦੀ ਉਲੰਘਣਾ ਆ, ਫੰਡਾਮੈਂਟਲ ਰਾਈਟ ਦੀ ਉਲੰਘਣਾ ਆ। ਇਹ ਦੇਸ਼ ਤੇ ਆਜ਼ਾਦ ਆ, ਪਰ ਇੱਥੇ ਲੋਕ ਸਾਰੇ ਗੁਲਾਮ ਹੀ ਆ।
ਮੰਗ ਜਿਹੜੀ ਕਿ ਜਾਇਜ਼ ਆ ਕਿ ਅਸੀਂ ਇਹ ਵਾਧੂ ਕੰਮ ਨਹੀਂ ਕਰ ਸਕਦੇ, ਉਹਨੂੰ ਨਾ ਮੰਨਿਆ ਗਿਆ ਤੇ ਅਸੀਂ ਸਰਕਾਰ ਦੇ ਖਿਲਾਫ ਸੰਘਰਸ਼ ਕਰਨ ਨੂੰ ਮਜਬੂਰ ਹੋਵਾਂਗੇ ਤੇ ਅਸੀਂ ਆਪਣੇ ਰਾਈਟਸ ਵਾਸਤੇ ਸੰਘਰਸ਼ ਕਰਾਂਗੇ। ਸਰ ਐਸਮਾ ਲਾਗੂ ਕਰਦੇ ਸਰਕਾਰ ਜਾਂ ਕੁਝ ਹੋਰ ਕਰਦੇ, ਜਿੱਦਾਂ ਪਹਿਲਾਂ ਅੰਗਰੇਜ਼ ਇੱਥੇ ਕਾਬਿਜ਼ ਸੀਗੇ, ਉਹ ਵੀ ਕਾਨੂੰਨ ਲਾਗੂ ਕਰਦੇ ਹੀ ਸੀਗੇ। ਸਰਕਾਰਾਂ ਦਾ ਤੇ ਕੰਮ ਹੀ ਆ ਲੋਕਾਂ ਨੂੰ ਦਬਾਉਣਾ, ਭਾਵੇਂ ਸਾਡੀਆਂ ਵੋਟਾਂ ਲੈ ਕੇ ਜਿੱਤਦੇ ਆ ਪਰ ਬਾਅਦ 'ਚ ਇਹਨਾਂ ਨੂੰ ਲੱਗਦਾ ਕਿ ਅਸੀਂ ਇਹਨਾਂ ਦੇ ਰੱਬ ਬਣ ਗਏ ਆ ਤੇ ਇਹਨਾਂ ਨੂੰ ਦਬਾ ਲਈਏ। ਐਸਮਾ ਕਰਨ ਜੋ ਮਰਜ਼ੀ ਕਰਨ, ਪਰ ਭੁੱਖ ਜਿਹੜੀ ਆ ਪੇਟ ਦੀ ਆ, ਜਿਹਦੇ ਕਰਕੇ ਲੋਕ ਕੰਮ ਕਰਦੇ ਆ ਤੇ ਲੋਕ ਇੰਨੇ ਵੀ ਜਲੀਲ ਨਹੀਂ ਹੈਗੇ ਕਿ ਉਹ ਪੇਟ ਦੇ ਬਦਲੇ ਬਿਲਕੁਲ ਹੀ ਗਟਰ 'ਚ ਡਿੱਗ ਪੈਣ। ਸਰਕਾਰ ਦਾ ਵਿਰੋਧ ਫਿਰ ਕਰਨਾ ਬਣੇਗਾ, ਭਾਵੇਂ ਉਹ ਸਰਕਾਰ ਐਸਮਾ ਲਾ ਦੇ ਤੇ ਭਾਵੇਂ ਕੁਝ ਹੋਰ ਲਾ ਦੇ। ਸਾਡੇ ਸਾਰੇ ਸੀਐਚਓਸ ਬਹੁਤ ਹੀ ਤਨਦੇਹੀ ਨਾਲ ਕੰਮ ਕਰ ਰਹੇ ਆ। ਹੁਣ ਫਲੱਡ ਆਏ ਸੀਗੇ ਤੇ ਸਾਡੇ ਗੁਰਦਾਸਪੁਰ 'ਚ ਕਾਫੀ ਸਾਰੇ ਬਲਾਕਸ ਜਿਹੜੇ ਸੀਐਚਓਸ ਸੀਗੇ, ਦਿਨ ਰਾਤ ਉਹਨਾਂ ਨੇ ਫਲੱਡ 'ਚ ਕੈਂਪ ਲਗਾਏ ਨੇ, ਮੈਡੀਸਿਨਸ ਪ੍ਰੋਵਾਈਡ ਕੀਤੀਆਂ ਨੇ। ਇੰਨੇ ਹੜ੍ਹਾਂ ਦੇ ਬਾਵਜੂਦ ਵੀ ਸਾਡੇ ਸੀਐਚਓ ਘਬਰਾਏ ਨਹੀਂ ਤੇ ਉਹਨਾਂ ਨੇ ਆਪਣੇ ਕੰਮ ਦੇ ਨਾਲ ਕੈਂਪਸ ਲਗਾਏ ਨੇ ਤੇ ਸਾਰੇ ਆਪਣੇ ਟੀਚੇ ਪੂਰੇ ਕਰ ਰਹੇ ਨੇ। ਪਰ ਜਿਹੜਾ ਸਾਡਾ ਦੂਸਰਿਆਂ ਦਾ ਕੰਮ ਸਾਡੇ ਤੇ ਕਿਉਂ ਥੋਪ ਦਿੱਤਾ ਜਾਂਦਾ ਹੈ, ਇਹ ਸਾਨੂੰ ਜਵਾਬ ਦਿੱਤਾ ਜਾਵੇ ਕਿ ਜਿਹੜਾ ਏਐਨਐਮ ਦੀ ਆਈਡੀਜ਼, ਜਦੋਂ ਏਐਨਐਮਸ ਦੀ ਨੇ ਯੂਵਿਨ ਆਈਡੀ, ਤੇ ਉਹਦੇ ਵਿੱਚ ਅਸੀਂ ਆਪਣਾ ਕੰਮ ਕਿਸ ਤਰ੍ਹਾਂ ਕਰ ਸਕਦੇ ਹਾਂ। ਠੀਕ ਹੈ, ਸਾਡਾ ਆਲਰੇਡੀ 15 ਟਾਰਗੇਟਸ ਨੇ ਜਿਹੜੇ ਅਚੀਵ ਕਰਨੇ ਬਹੁਤ ਹੀ ਮੁਸ਼ਕਿਲ। ਸਾਡਾ ਸਾਰਾ ਹੀ ਆਨਲਾਈਨ ਕੰਮ ਹੈਗਾ। ਐਨਸੀਡੀਜ਼ ਦਾ ਕਰ ਰਹੇ ਹਾਂ, ਐਨਸੀਡੀਜ਼ ਵਿੱਚ ਹਾਈਪਰਟੈਂਸ਼ਨ, ਡਾਇਬਟੀਜ਼ ਦਾ, ਟੈਲੀਕੰਸਲਟੇਸ਼ਨਸ ਜਿਹੜੀਆਂ ਅਸੀਂ ਫੋਨ ਕਾਲ ਲਗਾਉਣੀਆਂ ਹੁੰਦੀਆਂ ਨੇ, ਆਨਲਾਈਨ ਕਾਲਸ ਕਰਨੀਆਂ ਹੁੰਦੀਆਂ ਨੇ। ਠੀਕ ਹੈ, ਤੇ ਉਹਦੇ ਵਿੱਚ ਸਾਨੂੰ ਇੰਨੀ ਪ੍ਰੋਬਲਮ ਆਉਂਦੀ ਹੈ, ਨੈਟਵਰਕ ਇਸ਼ੂ, ਸਾਰਾ ਦਿਨ ਸਾਡੀਆਂ ਟੈਲੀਕੰਸਲਟੇਸ਼ਨਸ ਚੱਲਦੀਆਂ ਨੇ। ਐਨਸੀਡੀ ਦਾ ਕੰਮ ਆਨਲਾਈਨ ਕਰ ਰਹੇ ਹਾਂ, ਸਕਰੀਨਿੰਗ ਕਰ ਰਹੇ ਹਾਂ, ਉਹਨਾਂ ਦਾ ਫੋਲੋ ਅਪ ਕਰ ਰਹੇ ਹਾਂ, ਓਪੀਡੀ ਕਰ ਰਹੇ ਹਾਂ, ਪਤਾ ਨਹੀਂ ਕਿਹੜੇ ਸਾਡੇ ਐਨਸੀਡੀ ਕੈਂਪ ਲੱਗ ਰਹੇ ਆ ਔਰ 15 ਟਾਰਗੇਟਸ ਨੇ ਅਸੀਂ ਅਚੀਵ ਕਰ ਰਹੇ ਹਾਂ। ਤੇ ਐਕਸਟਰਾ ਬਹੁਤ ਜਿਹੜਾ ਸਾਡੇ ਜਿਹੜੇ ਸੀਐਚਓਸ ਨੇ ਮਾਨਸਿਕ ਜਿਹੜੇ ਤੌਰ ਤੇ ਜਿਹੜੇ ਨੇ ਪਰੇਸ਼ਾਨ ਹੋ ਰਹੇ ਨੇ। ਔਰ ਸਾਡਾ ਪਲੀਜ਼ ਮੇਰੀ ਦਰਖਾਸਤ ਹੈਗੀ ਆ, ਮੇਰੀ ਅਫਸਰ ਸਾਹਿਬਾਨਾਂ ਨੂੰ ਰਿਕੁਐਸਟ ਹੈਗੀ ਆ ਕਿ ਸਾਡੇ ਤੇ ਜਿਹੜਾ ਵਾਧੂ ਕੰਮ ਦਾ ਬੋਝ ਜਿਹੜਾ ਉਹ ਨਾ ਪਾਇਆ ਜਾਏ। ਹਜੇ ਉਹਨਾਂ ਨੇ ਸਾਡਾ ਮੰਗ ਪੱਤਰ ਨਹੀਂ ਲਿਆ, ਅਸੀਂ ਵੇਟ ਕਰ ਰਹੇ। ਇੱਕ ਵਾਰੀ ਅਸੀਂ ਅੰਦਰ ਜਾਏ ਆ, ਉਹਨਾਂ ਨੇ ਸਾਨੂੰ ਕਿਹਾ ਕਿ ਵੇਟ ਕਰੋ, ਅਸੀਂ ਜਿਹੜਾ ਕੰਮ ਹੈ ਉਹ ਤੁਹਾਡੇ ਤੋਂ ਹੀ ਕਰਵਾਉਣਾ ਹੈ ਤੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਉਹ ਸਾਡਾ ਜਿਹੜਾ ਉਹ ਹੱਲ ਜ਼ਰੂਰ ਕਰਨ। ਥੈਂਕ ਯੂ। ਦ ਏਵਨ ਮੀਡੀਆ ਚੈਨਲ ਲਈ ਗੁਰਦਾਸਪੁਰ ਤੋਂ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਖਾਸ ਰਿਪੋਰਟ।